सब तो पहली गल तो बड़ी मुबारक गल आ, ये बड़ी अच्छी गल आ कि ये पाकिस्तान सरकार ने, पंजाब गौरमेंट ने, पंजाब यूनिवर्सिटी ने, उन्होंने डिपार्टमेंट ने इस गल की महत्ता समझी कि असी एक दिन नियत करिए पंजाब कल्चरल डे। तो वो जिहड़ा दिन नियत किया है वो 14 मार्च का, जिहड़ा कि देसी महीने की एक चेत हुंदी आ कि उस दिन ਅਸੀਂ ਆਪਣੇ ਕਲਚਰ ਨੂੰ, ਆਪਣੇ ਸੱਭਿਆਚਾਰ ਨੂੰ ਯਾਦ ਕਰੀਏ। ਹੁਣ ਜਿਹੜੀ ਅਗਲੀ ਮਹੱਤਵਪੂਰਨ ਗੱਲ ਆ ਕਿ ਜਿਹੜਾ ਇਹ ਦਿਨ ਇਹ ਕਿਉਂ ਮਨਾਇਆ ਜਾਂਦਾ, ਕਿਵੇਂ ਮਨਾਉਣਾ ਚਾਹੀਦਾ, ਸਾਡੀਆਂ ਕੀ ਸੱਭਿਆਚਾਰ ਦੀਆਂ ਸਮੱਸਿਆਵਾਂ, ਇਹਨਾਂ ਸਭ ਲੋੜਾਂ ਤੇ ਇਹਨਾਂ ਸਭ ਮਸਲਿਆਂ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਥੋੜ੍ਹੀ ਜਿਹੀ ਗੱਲ ਕਲਚਰ ਬਾਰੇ ਕਰ ਲਈ ਜਾਵੇ, ਕਲਚਰ ਬਾਰੇ ਕੁਝ ਵਿਚਾਰ ਕਰ ਲੈ ਜਾਣ। ਜਦੋਂ ਅਸੀਂ ਕਲਚਰ ਦੇ ਬਾਰੇ ਗੱਲ ਆਖਦੇ ਹਾਂ ਤਾਂ ਅਕਸਰ ਆਖ ਦਿੱਤਾ ਜਾਂਦਾ ਹੈ ਕਿ ਕਲਚਰ ਕੀ ਆ, ਸੱਭਿਆਚਾਰ ਕੀ ਆ। ਤਾਂ ਕਲਚਰ ਕਿਸੇ ਮੁਆਸ਼ਰੇ ਦੀ ਰਹਿਤਲ ਨੂੰ ਆਖਦੇ ਆ, ਜਿਸ ਨੂੰ ਅਸੀਂ ਭਾਰਤੀ ਪੰਜਾਬ ਦੇ ਵਿੱਚ ਸੱਭਿਆਚਾਰ ਆਖਦੇ ਹਾਂ। ਕਿਸੇ ਖਿੱਤੇ ਵਿੱਚ ਰਹਿਣ ਵਾਲਿਆਂ ਦੀ ਜੀਵਨ ਜਾਚ, ਇਹ ਵੇ ਆਫ ਲਾਈਫ ਹੁੰਦਾ ਹੈ। ਅੱਜ ਦਾ ਦਿਨ ਮਨਾਉਣ ਲਈ ਜਿਹੜਾ ਤੁਸੀਂ ਥੀਮ ਰੱਖਿਆ, ਜਿਸ ਮੌਜੂ 'ਤੇ ਮੈਂ ਬੋਲਣਾ, ਪੰਜਾਬੀ ਜ਼ਬਾਨ ਰਹਿਤਲ ਤੇ ਇਸ ਦੀਆਂ ਜੋਕੀਆਂ ਲੋੜਾਂ, ਬੜਾ ਸਹੀ ਅਤੇ ਵਾਜਬ ਆ। ਅੱਜ ਜਦੋਂ ਦੁਨੀਆ ਦੇ ਵਿੱਚ ਗਲੋਬਲ ਕਲਚਰ ਦੀ ਗੱਲ ਹੋ ਰਹੀ ਆ ਤਾਂ ਉਸ ਸਮੇਂ ਜੋਕੀਆਂ ਲੋੜਾਂ ਦੀ ਗੱਲ ਕਰਨ ਦੀ ਬੜੀ ਜ਼ਰੂਰਤ ਮਹਿਸੂਸ ਹੁੰਦੀ ਆ। ਪਰ ਇਹਨਾਂ ਵਿਸ਼ਿਆਂ 'ਤੇ, ਇਸ ਮੌਜੂ 'ਤੇ, ਇਸ ਮਸਲੇ 'ਤੇ ਗੱਲ ਕਰਨ ਤੋਂ ਪਹਿਲਾਂ ਜ਼ਰੂਰੀ ਆ ਕਿ ਕੁਝ ਗੱਲਾਂ ਕਲਚਰ ਬਾਰੇ ਕਰ ਲਈਆਂ ਜਾਣ ਕਿ ਆਖਰ ਇਹ ਕਲਚਰ ਹੁੰਦਾ ਕੀ ਆ। ਕਿਉਂਕਿ ਅਕਸਰ ਹੀ ਇੱਕ ਗੱਲ ਆਖ ਦਿੱਤੀ ਜਾਂਦੀ ਆ ਕਿ ਪੰਜਾਬੀਆਂ ਕੋਲ ਕਲਚਰ ਨਹੀਂ, ਐਗਰੀਕਲਚਰ ਆ। ਇਹ ਗੱਲ ਜਦੋਂ ਆਖਦੇ ਆ ਤਾਂ ਆਖਣ ਵਾਲਾ ਤਾਂ ਅਸਲ ਵਿੱਚ ਇੱਕ ਤਰ੍ਹਾਂ ਨਾਲ ਪੰਜਾਬੀਆਂ ਨੂੰ ਹੀਣ ਦਰਸਾਉਣ ਲਈ ਆਖਦਾ। ਅਸਲ ਗੱਲ ਉਹਨੂੰ ਪਤਾ ਹੀ ਨਹੀਂ ਕਿ ਕਲਚਰ ਸ਼ਬਦ ਦੇ ਜਿਹੜੇ ਅਰਥ ਨੇ ਉਹ ਸੱਚਮੁੱਚ ਹੀ ਬੀਜ ਦੇ ਉੱਗਣ ਦੇ, ਵਿਕਸਣ ਦੇ ਹੀ ਹੈਗੇ ਆ। ਇਹਦਾ ਅਰਥ ਆ ਕਿ ਜਿਵੇਂ ਜ਼ਮੀਨ 'ਤੇ ਖੇਤੀ ਕੀਤੀ ਜਾਂਦੀ ਆ, ਹੌਲੀ ਹੌਲੀ ਇਵੇਂ ਅਸੀਂ ਇਨਸਾਨ ਦੇ ਅੰਦਰ ਚੰਗੇ ਗੁਣਾਂ ਨੂੰ ਕਲਟੀਵੇਟ ਕਰਨਾ, ਭਾਵ ਉਗਾਉਣਾ, ਭਾਵ ਚੰਗੇ ਗੁਣਾਂ ਦਾ ਵਿਕਾਸ ਕਰਨਾ। ਅਤੇ ਇਸ ਦੀਆਂ ਜਿਹੜੀਆਂ ਆਰਟ ਫਾਰਮ ਆ, ਜਿਹੜੀਆਂ ਕਲਾਵਾਂ ਨੇ, ਉਹਨਾਂ ਵਿੱਚ ਪ੍ਰਗਟਾਵਾ ਹੈ ਜਿਹੜਾ, ਉਹ ਵੀ ਕਲਚਰ ਆ। ਸੋ ਮਿਹਣਾ ਨਹੀਂ, ਸੱਚਾਈ ਆ। ਕਲਚਰ ਖੇਤੀ ਹੀ ਹੈ, ਬੁਨਿਆਦੀ ਤੌਰ 'ਤੇ ਜਿਹੜਾ ਕਲਚਰ ਆ ਉਹ ਹੈ ਹੀ ਖੇਤੀ। ਅਗਲੀ ਜਿਹੜੀ ਗੱਲ ਹੈਗੀ ਆ ਕਿ ਜਿਹੜਾ ਕਲਚਰ ਆ ਉਹ ਕਿਸ 'ਤੇ ਆਧਾਰਿਤ ਹੁੰਦਾ ਹੈਗਾ। ਕਲਚਰ ਆ ਜਿਹੜਾ ਉਹ ਉਸ ਚੀਜ਼ 'ਤੇ ਆਧਾਰਿਤ ਹੁੰਦਾ ਹੈ ਕਿ ਉਸ ਮੁਆਸ਼ਰੇ ਦਾ ਪੈਦਾਵਾਰੀ ਦਾ ਢੰਗ ਕੀ ਆ, ਉਹਦੇ ਵਸੀਲੇ ਕੀ ਆ, ਉਹਦਾ ਮੀਨਸ ਆਫ ਪ੍ਰੋਡਕਸ਼ਨ ਕੀ ਆ। ਤਾਂ ਬਿਨਾਂ ਸ਼ੱਕ ਜਦੋਂ ਕਲਚਰ ਮੀਨਸ ਆਫ ਪ੍ਰੋਡਕਸ਼ਨ 'ਤੇ ਮਨਸਰ ਕਰਦਾ ਕਿ ਸਾਡਾ ਪੈਦਾਵਾਰ ਦੇ ਵਸੀਲੇ ਕੀ ਆ, ਅਤੇ ਫਿਰ ਤਾਂ ਇਹ ਗੱਲ ਸੱਚੀ ਆ ਕਿ ਜਦ ਸਾਡੇ ਖਿੱਤੇ ਦੇ ਵਿੱਚ ਜੇ ਐਗਰੀਕਲਚਰ ਮੁੱਖ ਕਿੱਤਾ ਅਤੇ ਫਿਰ ਸਿਰਾ ਸਾਡਾ ਜਿਹੜਾ ਸੱਭਿਆਚਾਰ ਆ ਉਹ ਵੀ ਖੇਤੀ 'ਤੇ ਆਧਾਰਿਤ ਹੀ ਹੋਵੇਗਾ। ਅਤੇ ਖੇਤੀ ਤੋਂ ਵੀ ਜਿਹੜਾ ਪਹਿਲਾ ਯੁੱਗ ਸੀਗਾ ਪਸ਼ੂ ਪਾਲਣ ਦਾ, ਉਹ ਯੁੱਗ ਦੀਆਂ ਜਿਹੜੀਆਂ ਗੱਲਾਂ ਨੇ, ਰੀਤਾਂ ਨੇ, ਰਸਮਾਂ ਨੇ, ਰਿਵਾਜ ਨੇ, ਵਿਸ਼ਵਾਸ ਨੇ, ਜੀਵਨ ਜੀਣ ਦਾ ਢੰਗ ਆ, ਉਹ ਹੀ ਫਿਰ ਕਲਚਰ ਹੋਵੇਗਾ। ਤਾਂ ਇਸ ਅਰਥਾਂ ਦੇ ਵਿੱਚ ਜੇ ਕੋਈ ਇਹ ਕਹਿੰਦਾ ਕਿ ਪੰਜਾਬੀਆਂ ਕੋਲ ਕਲਚਰ ਨਹੀਂ, ਇਹ ਐਗਰੀਕਲਚਰ ਆ, ਤਾਂ ਉਹ ਦੋਨੇ ਗੱਲਾਂ ਹੀ ਕਰ ਰਿਹਾ। ਇੱਕ ਪਾਸੇ ਤਾਂ ਉਸ ਨੂੰ ਕਲਚਰ ਦੇ ਅਰਥਾਂ ਦਾ ਨਹੀਂ ਪਤਾ, ਅਤੇ ਦੂਸਰੇ ਪਾਸੇ ਇਹ ਗੱਲ ਵੀ ਓਡੀ ਸੱਚੀ ਆ ਕਿ ਸੱਚਮੁੱਚ ਹੀ ਪੰਜਾਬੀਆਂ ਦਾ ਜਿਹੜਾ ਕਲਚਰ ਆ ਉਹ ਐਗਰੀਕਲਚਰ ਤੋਂ ਹੀ ਅਰਥ ਗ੍ਰਹਿਣ ਕਰਦਾ ਅਤੇ ਐਗਰੀਕਲਚਰ 'ਤੇ ਹੀ ਉਹ ਆਧਾਰਿਤ ਹੈਗਾ। ਹੁਣ ਜਿਹੜੀ ਅਗਲੀ ਗੱਲ ਸ਼ੁਰੂ ਹੁੰਦੀ ਆ ਕਿ ਜਿਹੜਾ ਕੋਈ ਵੀ ਕਲਚਰ ਹੁੰਦਾ ਇਹ ਦੋ ਬੁਨਿਆਦਾਂ 'ਤੇ ਟਿਕਿਆ ਹੁੰਦਾ। ਤਾਂ ਜਿਹੜੀ ਇੱਕ ਬੁਨਿਆਦ ਆ ਉਹ ਉਸ ਇਲਾਕੇ ਦਾ ਜੋਗਰਾਫੀ,
ਭੂਗੋਲ ਹੁੰਦਾ ਕਿ ਉਸ ਇਲਾਕੇ ਦੀ ਜੀਓਗ੍ਰਾਫੀ ਕੀ ਆ। ਤਾਂ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇਹਦੇ ਨਾਂ ਵਿੱਚ ਹੀ ਇਹ ਪਿਆ ਕਿ ਪੰਜ ਆਬ, ਤੇ ਇਹ ਪੰਜ ਆਬ ਦੇ ਜਿਹੜੇ ਪੰਜ ਦੁਆਬੇ ਨੇ, ਇਹ ਪੰਜ ਆਬ ਦੇ ਜਿਹੜੇ ਪੰਜ ਦੁਆਬੇ ਨੇ, ਉਹ ਚਾਹੇ ਸਤਲੁਜ ਹੋਵੇ, ਉਹ ਚਾਹੇ ਬਿਆਸ ਹੋਵੇ, ਚਾਹੇ ਰਾਵੀ ਹੋਵੇ, ਚਾਹੇ ਝਨਾ ਹੋਵੇ, ਚਾਹੇ ਜੇਹਲਮ ਹੋਵੇ, ਉਹਨਾਂ ਦੇ ਵਿਚਕਾਰ ਜਿਹੜਾ ਇਲਾਕਾ ਹੈ ਉਹ ਸਾਰਾ ਪੰਜਾਬ ਆ। ਪਰ ਇਸ ਤੋਂ ਵੀ ਅੱਗੇ ਪੰਜਾਬ ਉਹ ਵੀ ਪੰਜਾਬ ਆ ਕਿ ਜਿਹੜਾ ਸਿੰਧ ਦਰਿਆ ਦੇ ਜਿੰਨਾ ਕੁਝ ਪੂਰਬ ਵਿੱਚ ਆ, ਉਸ ਤੋਂ ਲੈ ਕੇ ਅੱਗੇ ਸਤਲੁਜ ਤੋਂ ਵੀ ਅੱਗੇ ਅਸੀਂ ਘੱਗਰ ਤੋਂ ਵੀ ਅੱਗੇ ਸਰਸਵਤੀ ਮਾਰਕੰਡੇ, ਭਾਵ ਜਮਨਾ, ਗੰਗਾ ਜਮਨਾ ਦੇ ਜੋ ਕੁਝ ਵੀ ਪੱਛਮ 'ਚ ਪੈਂਦਾ ਤੇ ਸਿੰਧ ਦੇ ਜੋ ਕੁਝ ਵੀ ਪੂਰਬ 'ਚ ਪੈਂਦਾ ਉਹ ਸਾਰੇ ਦਾ ਸਾਰਾ ਪੰਜਾਬ ਆ। ਹੁਣ ਜਿਹੜਾ ਪੰਜਾਬ ਆ ਉਹ ਕਦੇ ਸੱਚਮੁੱਚ ਹੀ ਸਪਤ ਸਿੰਧੂ ਸੀਗਾ, ਜਦੋਂ 7 ਦਰਿਆ ਸੀ, 7 ਸਿੰਧੂ ਸੀ। ਹੁਣ ਜੇ ਕੁਝ ਖੁਸ਼ਕ ਹੋ ਗਏ ਜਾਂ ਲੁਪਤ ਹੋ ਗਏ ਤਾਂ ਇਸ ਦੇ ਬਾਵਜੂਦ ਇਹਦਾ ਇਹ ਇਲਾਕਾ ਹੈ। ਤੇ ਇੱਕ ਪਾਸੇ ਸਾਡੇ ਕੀ ਆ, ਉੱਤਰ ਵੱਲ ਸਾਡੇ ਕੋਲੇ ਜਿਹੜੇ ਪਹਾੜ ਆ, ਪਰ ਜਿਹੜਾ ਸਾਡਾ ਦੱਖਣ ਵਾਲਾ ਪਾਸਾ ਹੈ ਉਸ ਪਾਸੇ ਸਾਡੇ ਕੋਲੇ ਰੇਗਿਸਤਾਨ ਆ ਤੇ ਅੱਗੇ ਜਾ ਕੇ ਸਮੁੰਦਰ ਆ। ਤਾਂ ਇਹ ਜਿਹੜਾ ਸਾਰਾ ਵੱਡਾ ਇਲਾਕਾ ਹੈ ਇਹ ਪੰਜਾਬ ਆ। ਤਾਂ ਇਸ ਪੰਜਾਬ ਦੀ ਜਿਹੜੀ ਧਰਤੀ ਦੇ ਲੋਕ ਨੇ ਜਿਹੜੇ ਸਦੀਆਂ ਤੋਂ ਇੱਥੇ ਵਸਦੇ ਆਏ ਆ, ਉਹਨਾਂ ਦਾ ਜਿਹੜਾ ਰਹਿਣ ਸਹਿਣ ਜੀਵਨ ਜਾਚ ਆ ਉਹੀ ਪੰਜਾਬੀ ਸੱਭਿਆਚਾਰ ਆ। ਭੂਗੋਲ ਇਹਨੂੰ ਨਿਰਧਾਰਿਤ ਕਰਦਾ। ਸਾਡੇ ਕੋਲੇ ਨਾ ਤਾਂ ਬਹੁਤਾ ਬਰਫਾਂ ਦਾ ਅਨੁਭਵ ਆ, ਬਹੁਤ ਜ਼ਿਆਦਾ ਬਰਫਾਂ ਦਾ, ਜਿਹੜੇ ਅਨੁਭਵ ਹੋਣਗੇ ਸਾਈਬੇਰੀਆ ਵਾਲਿਆਂ ਕੋਲ, ਹੋਣਗੇ ਕੈਨੇਡਾ ਵਾਲਿਆਂ ਕੋਲ, ਸਾਡੇ ਕੋਲੇ ਉਸ ਕਿਸਮ ਦਾ ਬਰਫਾਂ ਦਾ ਅਨੁਭਵ ਨਹੀਂ ਆ। ਨਾ ਹੀ ਸਾਡੇ ਕੋਲੇ ਉਸ ਕਿਸਮ ਦਾ ਜਿਹਨੂੰ ਕਹਿ ਸਕਦੇ ਹਾਂ ਸਮੁੰਦਰ ਦਾ ਅਨੁਭਵ ਆ। ਸਾਡੇ ਕੋਲ ਤਾਂ ਰੇਤਲੇ ਟਿੱਬਿਆਂ ਦਾ ਜਾਂ ਦਰਿਆਵਾਂ ਦੀ ਧਰਤੀ ਦਾ ਅਨੁਭਵ ਆ, ਤੇ ਉਹੀ ਪੰਜਾਬੀਆਂ ਦਾ ਅਨੁਭਵ ਆ। ਤਾਂ ਫਿਰ ਇੱਥੇ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਸੀਗੀਆਂ, ਜਿਹੜੇ ਇੱਥੇ ਜਾਨਵਰ ਪਸ਼ੂ ਪੰਛੀ ਮੌਲਦੇ ਸੀ, ਪੈਦਾ ਹੁੰਦੇ ਸੀ, ਉਹੀ ਸਾਡੇ ਸੱਭਿਆਚਾਰ ਵਿੱਚ ਆਉਣੇ ਆ ਤੇ ਉਹਨਾਂ ਨਾਲ ਹੀ ਸਾਡਾ ਮੋਹ ਦਾ ਰਿਸ਼ਤਾ ਬਣਨਾ। ਤੇ ਉਹ ਕੀ ਕੁਝ ਉਹਦੇ ਵਿੱਚ ਸ਼ਾਮਲ ਆ, ਤਾਂ ਉਹਦੇ ਵਿੱਚੋਂ ਮੈਂ ਕਹਾਂ ਇਹ ਕਿ ਇੱਥੇ ਬਿਨਾਂ ਸ਼ੱਕ ਬਹੁਤ ਕੁਝ ਪਾਲਿਆ ਜਾਂਦਾ ਸੀ। ਪਸ਼ੂ ਪਾਲਣ ਦੇ ਸਮੇਂ ਬਹੁਤ ਕੁਝ ਪਾਲਿਆ ਜਾਂਦਾ ਸੀ। ਉਹਦੇ ਵਿੱਚ ਬਹੁਤ ਕੁਝ ਆ, ਚਾਹੇ ਊਠ ਆ, ਘੋੜੇ ਆ, ਹਾਥੀ ਆ, ਉਹਦੇ ਵਿੱਚ ਬੱਕਰੀਆਂ, ਭੇਡਾਂ, ਗਾਵਾਂ, ਮੱਝਾਂ। ਪਰ ਜਿਹੜੀ ਮੱਝ ਆ ਉਹ ਵੇਖੋ ਸਾਡਾ ਜਿਹੜਾ ਸੱਭਿਆਚਾਰ ਦੇ ਨਾਲ ਉਹਦਾ ਬੜਾ ਰਿਸ਼ਤਾ ਨੇੜੇ ਦਾ। ਅਤੇ ਤੁਸੀਂ ਕਹੋਗੇ ਕਿ ਕਿਉਂ ਨੇੜੇ ਦਾ ਰਿਸ਼ਤਾ ਹੈ, ਅਤੇ ਜੇ ਥੋੜ੍ਹਾ ਜਿਹਾ ਅਸੀਂ ਸੋਚੀਏ ਕਿ ਰਾਂਝਾ ਕੀ ਚਰਾਉਂਦਾ ਸੀ, ਅਤੇ ਰਾਂਝਾ ਮੱਝੀਆਂ ਚਰਾਉਂਦਾ ਸੀ। ਬਾਬਾ ਨਾਨਕ ਨੇ ਬਾਲਪਣ ਵਿੱਚ ਕੀ ਚਰਾਇਆ, ਮੱਝਾਂ ਚਰਾਈਆਂ। ਤਾਂ ਇਹ ਸੱਭਿਆਚਾਰ ਇਉਂ ਸਾਡੀ ਰਹਿਤਲ ਵਿੱਚ ਵਸਿਆ ਹੋਇਆ ਹੁੰਦਾ। ਕੋਈ ਇਲਾਕੇ ਦਾ ਜਿਹੜਾ ਜੀਵਨ ਜਾਚ ਆ, ਜਿਹੜੀ ਵਸੇਬ ਆ, ਉਹਦਾ ਰੰਗ ਢੰਗ ਉਹਦੇ ਵਿੱਚ ਵਸਿਆ ਹੁੰਦਾ। ਜਿਓਗ੍ਰਾਫੀ ਤੋਂ ਬਾਅਦ ਦੂਜੀ ਜਿਹੜੀ ਗੱਲ ਕਿਸੇ ਸੱਭਿਆਚਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਆ, ਤਾਂ ਉਹ ਪ੍ਰਭਾਵਿਤ ਕਰਦਾ ਉਹਦਾ ਇਤਿਹਾਸ। ਅਤੇ ਇਤਿਹਾਸ ਦੇ ਵਿੱਚ ਕੀ ਆ ਕਿ ਜਿਹੜਾ ਸਾਡਾ ਇਲਾਕਾ ਹੈ ਇਹਦੇ 'ਤੇ ਲੰਮਾ ਸਮਾਂ ਹਮਲੇ ਹੁੰਦੇ ਰਹੇ, ਬਾਹਰੋਂ ਲੋਕ ਆਉਂਦੇ ਰਹੇ, ਪਰ ਸਾਡੇ ਕੋਲ ਇੱਕ ਪੁਰਾਣੀ ਸੱਭਿਅਤਾ ਸੀ, ਇੰਡਸ ਸੱਭਿਅਤਾ, ਜਿਹਨੂੰ ਅਸੀਂ ਗਰੀਕ ਦੀ ਸੱਭਿਅਤਾ ਨਾਲ, ਰੋਮ ਦੀ ਸੱਭਿਅਤਾ ਨਾਲ, ਮਿਸਰ ਦੀ ਸੱਭਿਅਤਾ ਨਾਲ, ਚੀਨ ਦੀ ਸੱਭਿਅਤਾ ਨਾਲ ਕਿਤੇ ਨਾ ਕਿਤੇ ਜੋੜ ਸਕਦੇ ਹਾਂ। ਉਹ ਚਾਹੇ ਹੜੱਪਾ ਹੋਵੇ, ਚਾਹੇ ਮੋਹਨਜੋਦੜੋ ਹੋਵੇ, ਚਾਹੇ ਉਹ ਤਕਸਲਾ ਹੋਵੇ, ਉਹ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਦਾ, ਉਹ ਸਿਵਲਾਈਜੇਸ਼ਨ ਦਾ ਜਿਹੜੇ ਕੇਂਦਰ ਸੀਗੇ, ਇਹਨਾਂ ਇਲਾਕੇ ਦੇ ਵਿੱਚ ਇੱਕ ਪਹਿਲਾਂ ਵੀ ਜੀਵਨ ਜਾਚ ਸੀ ਜਿਹਨੂੰ ਇੰਡਸ ਵੈਲੀ ਸੱਭਿਅਤਾ ਕਹਿੰਦੇ ਰਹਿੰਦੇ ਆ। ਪਰ ਉਹਦੇ ਵਿੱਚ ਲਗਾਤਾਰ ਫਿਰ ਹਮਲੇ ਵੀ ਹੁੰਦੇ ਰਹੇ। ਕਦੇ ਸਾਡੇ 'ਤੇ ਹਮਲਾ ਹੂਣਾਂ ਦਾ ਹੋ ਗਿਆ, ਕਦੇ ਸ਼ੱਕ ਆ ਗਏ, ਕਦੇ ਕੁਸ਼ਾਣ ਆ ਗਏ, ਕਦੇ ਫਿਰ ਅਫਗਾਨਿਸਤਾਨ ਤੋਂ, ਗਜਨਵੀ ਤੋਂ ਬੰਦੇ ਆ ਗਏ। ਇੱਥੇ ਆ ਕੇ ਉਹ ਲੁੱਟਮਾਰ ਵੀ ਕਰਦੇ ਰਹੇ ਅਤੇ ਵਾਪਸ ਵੀ ਜਾਂਦੇ ਰਹੇ, ਪਰ ਇੱਥੇ ਵੀ ਵਸਦੇ ਰਹੇ।
ਤਾਂ ਕਿਉਂਕਿ ਉਹ ਇੱਥੇ ਵੀ ਵਸਦੇ ਰਹੇ, ਇਸ ਕਰਕੇ ਜਿਹੜਾ ਪੰਜਾਬੀ ਸੱਭਿਆਚਾਰ ਆ ਉਹ ਇੱਕ ਰੰਗਾ ਨਹੀਂ ਆ, ਉਹਦੇ ਵਿੱਚ ਬੜੇ ਰੰਗ ਨੇ, ਉਹਦੇ ਵਿੱਚ ਬੜੀਆਂ ਨਸਲਾਂ, ਕੌਮਾਂ, ਜਾਤਾਂ, ਧਰਮਾਂ ਦੇ ਲੋਕ ਆ ਕੇ ਵਸਦੇ ਰਹੇ। ਜਿਹੜੇ ਪੱਕੇ ਵਸ ਗਏ ਉਹ ਸਾਡਾ ਹਿੱਸਾ ਬਣ ਗਏ, ਅੰਗ ਬਣ ਗਏ, ਤਾਂ ਉਹ ਹੀ ਸਾਡਾ ਇਤਿਹਾਸ ਆ। ਤੇ ਇਹ ਜਿਹੜਾ ਸਾਡਾ ਇਤਿਹਾਸ ਆ, ਇਹਦੇ ਵਿੱਚ ਦੋ ਗੱਲਾਂ ਬੜੀਆਂ ਹੋਰ ਮਹੱਤਵਪੂਰਨ ਨੇ ਕਿ ਸਾਡੇ ਸੱਭਿਆਚਾਰ ਦੇ ਵਿੱਚ ਦੋ ਜਿਹੜੀਆਂ ਚੀਜ਼ਾਂ ਦੇ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ, ਇੱਕ ਦੁੱਲੇ ਵੱਲ ਤੇ ਇੱਕ ਬੁੱਲੇ ਵੱਲ। ਦੁੱਲਾ ਵੀ ਸਾਡਾ ਹੈ ਤੇ ਬੁੱਲਾ ਵੀ ਸਾਡਾ ਹੈ। ਜਿਹੜਾ ਦੁੱਲਾ ਹੈ ਉਹ ਨਾਬਰੀ ਦਾ ਚਿੰਨ੍ਹ ਹੈ, ਤੇ ਜਿਹੜਾ ਬੁੱਲਾ ਹੈ ਉਹ ਰੂਹਾਨੀਅਤ ਦਾ ਵੀ ਚਿੰਨ੍ਹ ਹੈ ਤੇ ਦੁਨਿਆਵੀ ਇਸ਼ਕ ਦਾ ਵੀ ਚਿੰਨ੍ਹ ਹੈ। ਤੇ ਦੁਨਿਆਵੀ ਇਸ਼ਕ ਦੇ ਰਾਹੀਂ ਕਿਵੇਂ ਅਸੀਂ ਰੂਹਾਨੀਅਤ ਨੂੰ ਪਾ ਸਕਦੇ ਹਾਂ ਤੇ ਜ਼ਾਲਮ ਸ਼ਾਸਕ ਨੂੰ, ਜ਼ਾਲਮ ਹਾਕਮ ਨੂੰ ਅਸੀਂ ਕਿਵੇਂ ਲਲਕਾਰ ਸਕਦੇ ਹਾਂ, ਇਹ ਦੋਵੇਂ ਗੱਲਾਂ ਆਉਂਦੀਆਂ ਨੇ। ਜਿਹੜਾ ਕਲਚਰ ਆ, ਜਿਹੜੀ ਸਾਡੀ ਰਹਿਤਲ ਆ, ਇਸ ਦੇ ਦੋ ਪੱਖ ਬੜੇ ਮਹੱਤਵਪੂਰਨ ਹੁੰਦੇ ਆ। ਇੱਕ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਇਹ ਬਣਦਾ ਕਿਸ ਆਧਾਰ 'ਤੇ ਆ, ਇਹ ਭੂਗੋਲ ਤੋਂ, ਇਹ ਜੀਓਗ੍ਰਾਫੀ ਤੋਂ ਆਪਣਾ ਆਧਾਰ ਲੈਂਦਾ, ਇਤਿਹਾਸ ਇਹਦੀ ਸਿਰਜਣਾ ਕਰਦਾ। ਕਿਸੇ ਪੜਾਅ 'ਤੇ ਜਿਸ ਢੰਗ ਨਾਲ ਅਸੀਂ ਰੋਜ਼ਾਨਾ ਦਾ ਕੰਮਕਾਰ ਕਰਦੇ ਹਾਂ, ਜਿਹੜੇ ਜਿਸ ਤਰ੍ਹਾਂ ਦਾ ਸਾਡਾ ਮੋਡ ਆਫ ਪ੍ਰੋਡਕਸ਼ਨ ਹੁੰਦਾ, ਜਿਸ ਤਰ੍ਹਾਂ ਦੀ ਅਸੀਂ ਕੋਈ ਪੈਦਾਵਾਰ ਕਰਦੇ ਹਾਂ, ਕਿ ਕੀ ਅਸੀਂ ਬੈਲਾਂ ਨਾਲ ਖੇਤੀ ਕਰਦੇ ਹਾਂ, ਟਰੈਕਟਰਾਂ ਨਾਲ ਖੇਤੀ ਕਰਦੇ ਹਾਂ, ਅਸੀਂ ਫੈਕਟਰੀਆਂ 'ਚ ਕੰਮ ਕਰਦੇ ਹਾਂ, ਜਾਂ ਅਸੀਂ ਪਸ਼ੂ ਪਾਲਦੇ ਹਾਂ, ਉਸੇ ਢੰਗ ਨਾਲ ਸਾਡਾ ਸੱਭਿਆਚਾਰ ਬਣ ਜਾਂਦਾ, ਉਸੇ ਢੰਗ ਨਾਲ ਸਾਡਾ ਜਿਹੜਾ ਕਲਚਰ ਆ, ਸਾਡੀ ਰਹਿਤਲ ਆ ਜਿਹੜੀ, ਉਹ ਬਣ ਜਾਂਦੀ ਹੈ। ਇਹਨਾਂ ਤਿੰਨਾਂ ਚੀਜ਼ਾਂ 'ਤੇ ਆਧਾਰਿਤ ਹੁੰਦੀ ਹੈ। ਹੁਣ ਅੱਗੋਂ ਸੱਭਿਆਚਾਰ ਦੇ ਦੋ ਪੱਖ ਮੁੱਖ ਰੂਪ ਵਿੱਚ ਆਉਂਦੇ ਆ। ਇੱਕ ਪੱਖ ਹੈਗਾ ਪਦਾਰਥਕ, ਇੱਕ ਪੱਖ ਹੈਗਾ ਮਾਦੀ, ਮਾਦੇ ਨਾਲ ਸੰਬੰਧਿਤ। ਉਹ ਕੀ ਆ ਮਾਦੀ ਪੱਖ? ਕੀ ਆ ਜਿਹੜਾ ਉਹਦਾ ਕਿਹਾ ਜਾ ਸਕਦਾ ਫਿਜ਼ੀਕਲ ਪੱਖ ਕੀ ਆ? ਉਹ ਹੈਗਾ ਕੁੱਲੀ, ਗੁੱਲੀ ਤੇ ਜੁੱਲੀ। ਸਭ ਤੋਂ ਪਹਿਲੀ ਗੱਲ, ਇਮਾਰਤਾਂ। ਅਸੀਂ ਕੰਦਰਾਂ ਵਿੱਚ ਰਹਿੰਦੇ ਹਾਂ, ਅੰਦਰ ਰਹਿੰਦੇ ਹਾਂ, ਜਾਂ ਅਸੀਂ ਕੇ ਵੱਡੀਆਂ ਮਹਿਲ ਬਣਾ ਕੇ ਰਹਿੰਦੇ ਹਾਂ, ਕਿਲੇ ਬਣਾ ਕੇ ਰਹਿੰਦੇ ਹਾਂ। ਫਿਰ ਅਗਲੀ ਗੱਲ ਇਸ ਨਾਲ ਸੰਬੰਧਿਤ ਹੁੰਦੀ ਆ ਕਿ ਅਸੀਂ ਪਹਿਨਦੇ ਕੀ ਆ, ਸਾਡੀਆਂ ਪੋਸ਼ਾਕਾਂ ਕਿਹੜੀਆਂ, ਸਾਡੇ ਗਹਿਣੇ ਕੀ ਆ, ਉਹ ਪਾਉਣ ਦਾ ਢੰਗ ਕੀ ਆ। ਅਤੇ ਉਸ ਤੋਂ ਅੱਗੇ ਫਿਰ ਅਸੀਂ ਇਸ ਗੱਲ 'ਤੇ ਕਿ ਅਸੀਂ ਖਾਂਦੇ ਕੀ ਆ। ਖਾਣ, ਪਹਿਨਣ, ਰਹਿਣ ਸਹਿਣ, ਇਹ ਸਭ ਕੁਝ ਸੱਭਿਆਚਾਰ ਦੇ ਪਦਾਰਥਕ ਪੱਖ 'ਚ ਆਉਂਦਾ ਹੈ। ਜਿਹੜਾ ਦੂਜਾ ਪੱਖ ਆ ਜਿਹੜਾ ਇਹਦਾ ਕੋਗਨੈਟਿਵ ਪੱਖ, ਜਿਹੜਾ ਜਿਹਨੂੰ ਕਹਿ ਸਕਦੇ ਹਾਂ ਕਿ ਸੋਚ, ਵਿਚਾਰ, ਬੌਧਿਕ ਸ਼ਕਤੀ ਨਾਲ ਸੰਬੰਧ ਰੱਖਦਾ ਹੈ। ਇਹ ਜਿਹੜਾ ਦੂਸਰਾ ਪੱਖ ਹੈਗਾ, ਇਸ ਪੱਖ ਦੇ ਵਿੱਚ ਆਉਂਦੀ ਆ ਭਾਸ਼ਾ, ਖਿਆਲ, ਸਾਹਿਤ, ਵਿਚਾਰ, ਕਲਾਵਾਂ, ਸੰਗੀਤ, ਗੀਤ, ਕਵਿਤਾ, ਨਾਚ, ਅਭਿਨੈ। ਇਹਦੇ ਵਿੱਚ ਸਾਰੀਆਂ ਕਲਾਵਾਂ ਆ ਜਾਂਦੀਆਂ। ਹੁਣ ਇਹ ਜਿਹੜੇ ਦੋ ਪੱਖ ਨੇ, ਕੀ ਇਹ ਸਦਾ ਇੱਕੋ ਜਿਹੇ ਰਹਿੰਦੇ ਨੇ ਜਾਂ ਇਹ ਸਮੇਂ ਨਾਲ ਬਦਲ ਜਾਂਦੇ ਨੇ? ਤਾਂ ਬਿਨਾਂ ਸ਼ੱਕ ਇਹਦਾ ਇੱਕ ਪਰਿਵਰਤਨ ਸੱਭਿਆਚਾਰ ਦਾ ਹੋਰ ਨਿਯਮ ਆ। ਇੱਕ ਪਾਸੇ ਤਾਂ ਜਿਹੜਾ ਸੱਭਿਆਚਾਰ ਆ, ਜਿਹੜੀ ਰਹਿਤਲ ਹੈਗੀ ਆ, ਜਿਹੜਾ ਸਾਡਾ ਕਲਚਰ ਆ, ਇਹ ਹਿਸਟਰੀ ਤੋਂ, ਹੈਰੀਟੇਜ ਤੋਂ, ਵਿਰਾਸਤ ਤੋਂ, ਇਤਿਹਾਸ ਤੋਂ ਤਾਕਤ ਲੈਂਦਾ। ਅਤੇ ਦੂਸਰੇ ਪਾਸੇ ਕੀ ਹੁੰਦਾ ਕਿ ਇਹ ਸਮੇਂ ਤੋਂ, ਸਮੇਂ ਨਾਲ ਇਹ ਬਦਲਦਾ। ਇਹ ਬਦਲਾਓ ਆ ਜਿਹੜੇ, ਇਹ ਬਦਲਾਓ ਇੱਕ ਬਦਲਾਓ ਆ ਜਿਹੜੇ ਕੁਦਰਤੀ ਬਦਲਾਓ ਹੁੰਦੇ ਆ, ਜਿਹਨੂੰ ਕਹਿ ਸਕਦੇ ਹਾਂ ਅਸੀਂ ਕਿ ਨੇਚਰਲ, ਜਾਂ ਕਹਿ ਲਓ ਕਿ ਆਪਣੇ ਆਪ ਆਉਣ ਵਾਲੇ ਬਦਲਾਓ। ਅਤੇ ਇੱਕ ਉਹ ਬਦਲਾਓ ਜਿਹੜੇ ਬਾਹਰੋਂ ਆਉਂਦੇ ਨੇ। ਪੰਜਾਬੀਆਂ ਦੇ ਆ ਜਿਹੜਾ ਸੱਭਿਆਚਾਰ ਆ, ਜਿਹੜਾ ਕਲਚਰ ਆ, ਉਹ ਆਪਣੇ ਆਪ ਜਿਹੜੀ ਸਾਡੀ ਰਹਿਤਲ ਆ, ਉਹ ਵਿਕਸਿਤ ਹੋ ਰਹੀ ਸੀਗੀ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਉਹਦੇ ਵਿੱਚ ਬਾਹਰੋਂ ਹਮਲਾਵਰ ਵੀ ਆਉਂਦੇ ਰਹੇ, ਪਰ ਇਸ ਦੇ ਬਾਵਜੂਦ ਇੱਥੇ ਵੱਸਦੇ ਰਹੇ, ਇੱਥੇ ਰਸਦੇ ਰਹੇ, ਇਹਦੇ ਵਿੱਚ ਮਿਲਦੇ ਰਹੇ। ਇਸੇ ਤਰ੍ਹਾਂ ਹੀ ਕਿਸੇ ਵੇਲੇ ਅਸੀਂ ਪੁਰਾਣੇ, ਕਿਸੇ ਵੇਲੇ ਸਾਡੇ ਕੋਲ ਖੂਹ ਨਹੀਂ ਸੀਗੇ, ਕਿਸੇ ਵੇਲੇ ਸਾਡੇ ਕੋਲ ਨਹਿਰਾਂ ਨਹੀਂ ਸੀ, ਪਰ ਹੌਲੀ ਹੌਲੀ ਅਸੀਂ ਦਰਿਆਵਾਂ ਦੇ ਪਾਣੀਆਂ ਨੂੰ ਨਹਿਰਾਂ ਦੇ ਵਿੱਚ ਵੀ ਪਾਇਆ, ਖੂਹ ਵੀ ਬਣਾਏ,
ਚਰਖ ਆਇਆ, ਇਹਨਾਂ ਚੀਜ਼ਾਂ ਨੇ ਵੀ ਪੰਜਾਬੀ ਸੱਭਿਆਚਾਰ ਦੀ, ਪੰਜਾਬੀ ਕਲਚਰ ਦੀ ਉਸਾਰੀ ਵਿੱਚ ਯੋਗਦਾਨ ਪਾਇਆ। ਪਰ ਕਲੋਨੀਅਲ ਪੀਰੀਅਡ ਦੇ ਵਿੱਚ ਤੇਜ਼ੀ ਨਾਲ ਆਇਆ, ਤੇਜ਼ੀ ਨਾਲ ਚੀਜ਼ਾਂ ਬਦਲੀਆਂ, ਰੇਲ ਗੱਡੀ ਆਈ ਔਰ ਉਸ ਦੇ ਨਾਲ ਹੀ ਬਹੁਤ ਕੁਝ ਆ ਗਿਆ। ਪਰ ਅਸਲ ਦੇ ਵਿੱਚ ਤਾਂ ਕੀ ਆ ਕਿ ਜਿਹੜਾ ਸਾਡਾ ਪਿੰਡ ਸੀ ਨਾ, ਉਹ ਆਪਣੇ ਆਪ ਦੇ ਵਿੱਚ ਪੂਰ ਇਕਾਈ ਸੀਗੀ, ਉਹ ਆਪਣੇ ਆਪ ਦੇ ਵਿੱਚ ਫੁੱਲ ਯੂਨਿਟ ਸੀਗਾ, ਸੈਲਫ ਡਿਪੈਂਡੈਂਟ ਸੀ, ਸੈਲਫ ਰਿਲਾਇੰਸ ਸੀ, ਆਪਣੇ ਆਪ ਦੇ ਵਿੱਚ ਉਹ ਸਾਰਾ ਕੰਮ ਕਰ ਲੈਂਦਾ ਸੀ। ਪਰ ਜਦੋਂ ਅਸੀਂ ਮੰਡੀ ਨਾਲ ਜੁੜੇ, ਬਾਜ਼ਾਰ ਨਾਲ ਜੁੜੇ, ਜਦੋਂ ਅਸੀਂ ਫਸਟ ਕਲੋਨਾਈਜੇਸ਼ਨ ਜਦੋਂ ਹੋਣੀ ਸ਼ੁਰੂ ਹੋਈ, ਤਾਂ ਕਲੋਨਾਈਜੇਸ਼ਨ ਨਾਲ ਸਾਡਾ ਕਲਚਰ ਚੇਂਜ ਹੋਇਆ। ਕਿਉਂਕਿ ਉਹਦੇ ਵਿੱਚ ਜਿਹੜੇ ਕਲੋਨਾਈਜ਼ਰ ਸੀਗੇ, ਉਹਨਾਂ ਦੀ ਇੱਕ ਬੜੀ ਸੋਚੀ ਸਮਝੀ ਕੋਸ਼ਿਸ਼ ਸੀ। ਉਹ ਯੂਰਪੀਅਨ ਸੈਂਟਰਡ ਸੀ, ਵਾਈਟ ਸੈਂਟਰਡ ਸੀ, ਮੇਲ ਸੈਂਟਰਡ ਸੀ। ਮੋਸਟਲੀ ਸਾਡੇ ਇਲਾਕੇ ਦੇ ਵਿੱਚ ਉਹ ਇੰਗਲਿਸ਼ ਸੈਂਟਰਡ ਸੀਗੇ। ਕੁਝ ਇਲਾਕਿਆਂ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਫਰੈਂਚ ਜਾਂ ਸਪੇਨਿਸ਼ ਜਾਂ ਡੱਚ ਸੈਂਟਰਡ ਵੀ ਸੀ, ਪਰ ਸਾਡੇ ਇੰਗਲਿਸ਼ ਵਾਈਟ ਮੇਲ ਯੂਰਪ ਸੈਂਟਰਡ। ਉਹਨਾਂ ਨੇ ਸਾਡੇ ਸੱਭਿਆਚਾਰ ਦੇ ਵਿੱਚ ਸਾਡੇ ਸੱਭਿਆਚਾਰ ਨੂੰ ਹੀਣ ਸਿੱਧ ਕਰਨਾ ਸ਼ੁਰੂ ਕਰ ਦਿੱਤਾ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਦੋਂ ਇੰਡੀਪੈਂਡੈਂਸ ਹੁੰਦੀ, ਜਦੋਂ ਦੇਸ਼ ਆਜ਼ਾਦ ਹੁੰਦੇ, ਜਦੋਂ ਕੌਮਾਂ ਆਜ਼ਾਦ ਹੁੰਦੀਆਂ, ਤਾਂ ਆਪਣਾ ਸੱਭਿਆਚਾਰ ਸਿਰਜਦੀਆਂ। ਪਰ ਅਸੀਂ ਹਜੇ ਜਿਹਨੂੰ ਕਹਿ ਸਕਦੇ ਹਾਂ ਕਿ ਕਲੋਨਾਈਜੇਸ਼ਨ, ਸਾਡੇ ਮਨਾਂ ਦੀ ਕਲੋਨਾਈਜੇਸ਼ਨ ਹੋ ਚੁੱਕੀ ਆ, ਉਹਦੇ 'ਚੋਂ ਹਜੇ ਅਸੀਂ ਨਿਕਲ ਨਹੀਂ ਸਕੇ। ਇਸੇ ਕਰਕੇ ਅਸੀਂ ਆਪਣੀ ਜ਼ੁਬਾਨ ਨੂੰ ਤੁੱਛ ਜਾਣਦੇ ਹਾਂ, ਅਸੀਂ ਆਪਣੇ ਪਹਿਰਾਵੇ ਨੂੰ ਤੁੱਛ ਜਾਣਦੇ ਹਾਂ, ਅਸੀਂ ਆਪਣੀਆਂ ਕਦਰਾਂ ਕੀਮਤਾਂ ਨੂੰ ਤੁੱਛ ਜਾਣਦੇ ਹਾਂ। ਪਰ ਬਹੁਤ ਚੰਗੀ ਗੱਲ ਆ ਕਿ ਹੁਣ ਅਸੀਂ ਪੰਜਾਬ ਕਲਚਰਲ ਡੇ ਮਨਾਉਣਾ ਸ਼ੁਰੂ ਕੀਤਾ ਹੈ। ਤਾਂ ਉਸ ਪ੍ਰਸੰਗ ਦੇ ਵਿੱਚ ਅੱਜ ਦੀਆਂ ਸਾਡੀਆਂ ਕੀ ਲੋੜਾਂ ਹੈ? ਸਭ ਤੋਂ ਪਹਿਲੀ ਗੱਲ, ਤੇ ਕੋਈ ਕਲਚਰ ਓਨੀ ਦੇਰ ਨਹੀਂ ਬਚ ਸਕਦਾ ਜਿੰਨੀ ਦੇਰ ਉਹਦੀ ਲੈਂਗੁਏਜ ਨਹੀਂ ਬਚੇਗੀ। ਅਤੇ ਪੰਜਾਬ ਦੇ ਕਲਚਰ ਦੀ ਰੀੜ੍ਹ ਦੀ ਹੱਡੀ ਆ ਸਾਡੀ ਲੈਂਗੁਏਜ, ਸਾਡੀ ਭਾਸ਼ਾ, ਸਾਡੀ ਬੋਲੀ, ਜਿਹੜੀ ਸਾਡੀ ਜ਼ੁਬਾਨ। ਜੇ ਇਹ ਬਚੇਗੀ ਤਾਂ ਪੰਜਾਬੀ ਜਿਹੜਾ ਹੈਗਾ ਕਲਚਰ ਉਹ ਬਚਿਆ ਰਹੇਗਾ। ਤਾਂ ਪੰਜਾਬੀ ਜਿਹੜਾ ਜ਼ਬਾਨ ਆ ਉਹ ਕਿਵੇਂ ਬਚੇ? ਅਤੇ ਪੰਜਾਬੀ ਜ਼ਬਾਨ ਤਾਂ ਹੀ ਬਚ ਸਕਦੀ ਆ ਜੇ ਇਹ ਸਾਡੀ ਐਜੂਕੇਸ਼ਨ, ਸਾਡੀ ਸਿੱਖਿਆ, ਵਿੱਦਿਆ, ਪੜ੍ਹਾਈ ਦਾ ਮਾਧਿਅਮ ਹੋਵੇ। ਜੇ ਇਹ ਪਹਿਲੀ ਤੋਂ ਪੰਜਾਬੀ ਪੜ੍ਹਾਈ ਜਾਂਦੀ ਹੋਵੇ, ਪਰ ਕੇਵਲ ਪਹਿਲੀ ਤੋਂ ਪੰਜਾਬੀ ਨਾ ਪੜ੍ਹਾਈ ਜਾਂਦੀ ਹੋਵੇ, ਸਾਡੇ ਸਿੱਖਿਆ ਦਾ ਮੀਡੀਅਮ ਵੀ, ਸਾਡੀ ਐਜੂਕੇਸ਼ਨ ਦਾ ਮੀਡੀਅਮ ਵੀ ਪੰਜਾਬੀ ਹੋਣਾ ਚਾਹੀਦਾ। ਤਾਂ ਇੱਕ ਤਾਂ ਇਹ ਬਹੁਤ ਵੱਡੀ ਅਤੇ ਜ਼ਰੂਰੀ ਗੱਲ ਹੈ। ਦੂਜੀ ਜਿਹੜੀ ਗੱਲ ਆ ਕਿ ਜਦੋਂ ਵੀ ਸਾਡਾ ਸਰਕਾਰ ਨਾਲ ਵਾਹ ਪੈਂਦਾ, ਜਦੋਂ ਵੀ ਅਸੀਂ ਦਫ਼ਤਰਾਂ ਦੇ ਵਿੱਚ ਜਾਣਾ ਹੈ, ਜਦੋਂ ਵੀ ਅਸੀਂ ਕੋਰਟ ਵਿੱਚ ਜਾਣਾ, ਕਚਹਿਰੀ 'ਚ ਜਾਣਾ, ਅਤੇ ਕਚਹਿਰੀ ਦੀ ਭਾਸ਼ਾ ਜੇ ਅੰਗਰੇਜ਼ੀ ਆ ਤਾਂ ਸਾਡੇ ਸੱਭਿਆਚਾਰ ਦਾ ਫਿਰ ਨਾਸ ਤੇ ਹੋਣਾ ਹੀ ਹੋਣਾ। ਉੱਥੇ ਵੀ ਪੰਜਾਬੀ ਚਾਹੀਦੀ। ਸਾਡੇ ਜਿਹੜੇ ਕਾਨੂੰਨ ਘੜਨ ਵਾਲੀ ਸਭਾ ਹੈ, ਜਿਹੜੀ ਕਾਨੂੰਨ ਘੜਨੀ ਆ ਸਾਡੀ ਸਭਾ, ਜਿਹਨੇ ਕਾਨੂੰਨ ਬਣਾਉਣੇ ਆ, ਉੱਥੇ ਵੀ ਪੰਜਾਬੀ ਹੋਣੀ ਚਾਹੀਦੀ ਆ। ਕਾਨੂੰਨ ਦੇ ਉੱਤੇ ਜਦੋਂ ਬਹਿਸ ਹੁੰਦੀ ਆ ਉਹ ਵੀ ਪੰਜਾਬੀ 'ਚ ਹੋਣੀ ਚਾਹੀਦੀ ਆ। ਅਤੇ ਫਿਰ ਸਾਡੇ ਦਫ਼ਤਰਾਂ ਦੀ ਭਾਸ਼ਾ ਵੀ ਪੰਜਾਬੀ ਹੋਣੀ ਚਾਹੀਦੀ। ਜੇ ਇਹ ਦੋਨੇ ਗੱਲਾਂ ਹੋ ਜਾਣ ਕਿ ਪੜ੍ਹਾਈ ਵੀ ਪੰਜਾਬੀ 'ਚ ਹੋਵੇ ਅਤੇ ਸਾਡਾ ਕੰਮ ਕਾਜ ਵੀ ਪੰਜਾਬੀ 'ਚ ਹੋਵੇ, ਤਾਂ ਨਿਸ਼ਚੇ ਹੀ ਫਿਰ ਅਗਲੀ ਗੱਲ ਤਾਂ ਆਪਣੇ ਆਪ ਹੀ ਹੋ ਜਾਣੀ ਕਿ ਰੁਜ਼ਗਾਰ ਦੀ ਭਾਸ਼ਾ ਬਣ ਜੂਗੀ। ਇਸ ਵੇਲੇ ਪੰਜਾਬੀ ਪਰਿਵਾਰ ਦੀ ਭਾਸ਼ਾ ਤਾਂ ਹੈਗੀ ਆ, ਪਰ ਇਹ ਸਰਕਾਰ ਦੀ ਭਾਸ਼ਾ ਨਹੀਂ, ਇਹ ਰੁਜ਼ਗਾਰ ਦੀ ਭਾਸ਼ਾ ਨਹੀਂ। ਇਹ ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ ਵੀ ਬਣਾਉਣੀ ਪੈਣੀ ਆ। ਤਾਂ ਇੱਕ ਤਾਂ ਸਾਡੀ ਅੱਜ ਦੀ ਲੋੜ ਇਹ ਆ, ਬਹੁਤ ਵੱਡੀ ਲੋੜ। ਜਿਹੜੀ ਦੂਜੀ ਸਾਡੀ ਲੋੜ ਹੈਗੀ ਆ ਉਹ ਇਹ ਕਿ ਜਿਹੜਾ ਸਾਡਾ ਸੱਭਿਆਚਾਰ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ ਨੇ, ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆਈਏ, ਅਤੇ ਜਿਹੜੀਆਂ ਮਾੜੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਛੱਡੀਏ। ਅਤੇ ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ ਉਹ ਕਿਹੜੀਆਂ ਕਿ ਕਿਸੇ ਨਾਲ ਕੋਈ ਦਰੈਜਕੀ ਨਾ ਹੋਵੇ, ਕਿਸੇ ਨਾਲ ਵਿਤਕਰਾ ਨਾ ਹੋਵੇ, ਕਿਸੇ ਨਾਲ ਇਹ ਨਾ ਹੋਵੇ ਕਿ ਅਸੀਂ ਕਿਸੇ ਨੂੰ ਇਸ ਕਰਕੇ ਨੀਵਾਂ ਸਮਝੀਏ ਕਿ ਉਹ ਔਰਤ ਆ, ਉਹ ਮਰਦ ਆ, ਉਹ ਕਿੰਨਰ ਆ। ਇਸ ਆਧਾਰ 'ਤੇ ਜਿੰਨਾ ਚਿਰ ਵਿਤਕਰੇ ਮੌਜੂਦ ਰਹਿਣਗੇ ਤਾਂ ਸਾਡਾ ਸੱਭਿਆਚਾਰ ਨਹੀਂ ਵਧੇ ਫੁੱਲੇਗਾ। ਅਤੇ ਜੇ ਅਸੀਂ ਕਿਸੇ ਨੂੰ ਧਰਮ ਕਰਕੇ,
ਉਹਦੇ ਰਿਲੀਜਨ ਕਰਕੇ, ਉਹਦੇ ਮਜ਼ਹਬ ਕਰਕੇ, ਜਾਂ ਕਿਸੇ ਨੂੰ ਜਾਤ ਕਰਕੇ ਜੇ ਅਸੀਂ ਨਫ਼ਰਤ ਕਰਦੇ ਹਾਂ, ਜਾਂ ਕਿਸੇ ਨੂੰ ਉਹਦੇ ਕਿੱਤੇ ਕਰਕੇ ਨਫ਼ਰਤ ਕਰਦੇ ਹਾਂ, ਤਾਂ ਫਿਰ ਵੀ ਜਿਹੜਾ ਸਾਡੇ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨਹੀਂ ਆ। ਇਹਨਾਂ ਕਦਰਾਂ ਕੀਮਤਾਂ ਨੂੰ ਸਾਨੂੰ ਛੱਡਣਾ ਪਵੇਗਾ। ਉਹ ਚਾਹੇ ਕੋਈ ਔਰਤ ਨੂੰ, ਅੱਜ ਦੇ ਯੁੱਗ ਵਿੱਚ ਕਿਸੇ ਔਰਤ ਨੂੰ, ਚਾਹੇ ਉਹ ਹਿਜਾਬ ਵਿੱਚ ਲਪੇਟਣਾ ਚਾਹੇ, ਚਾਹੇ ਉਹ ਬੁਰਕੇ ਵਿੱਚ ਲਪੇਟਣਾ ਚਾਹੇ, ਚਾਹੇ ਉਹ ਘੁੰਡ ਵਿੱਚ ਲਪੇਟਣਾ ਚਾਹੇ, ਇਹ ਸੰਭਵ ਨਹੀਂ ਆ। ਪਰ ਐਨ ਉਸੇ ਸਮੇਂ ਦੂਜੀ ਗੱਲ ਵੀ ਓਡੀ ਮਹੱਤਵਪੂਰਨ ਆ ਕਿ ਜੇ ਅਸੀਂ ਜ਼ਬਰਦਸਤੀ ਕਿਸੇ ਦੇ ਰਹਿਣ ਢੰਗ ਤੇ ਹਮਲਾ ਕਰਾਂਗੇ ਕਿ ਨਹੀਂ ਤੂੰ ਵੀ ਹਿਜਾਬ ਲਾ ਦੇ, ਤੂੰ ਪਗੜੀ ਲਾ ਦੇ, ਤੂੰ ਸਾੜੀ ਨਾ ਪਾ, ਤੂੰ ਬੁਰਕਾ ਨਾ ਪਾ, ਇਹ ਵੀ ਓਡੀ ਹੀ ਮਾੜੀ ਗੱਲ। ਤਾਂ ਪਹਿਲੀ ਗੱਲ ਤੇ ਸਾਨੂੰ ਕਲਚਰ ਦੇ ਵਿੱਚ ਵੰਨ ਸਵੰਨਤਾ ਸਾਨੂੰ ਉਹ ਬਚਾਉਣੀ ਪਊਗੀ। ਕਿਹੜੀ ਵੰਨ ਸਵੰਨਤਾ? ਜਿਵੇਂ ਅੱਜ ਐਨਵਾਇਰਮੈਂਟਲਿਸਟ ਕਹਿੰਦੇ ਨੇ ਕਿ ਸਾਨੂੰ ਜਿਹੜੀ ਜੀਵਾਂ ਦੀ ਜਿਹੜੀ ਡਿਵਰਸਿਟੀ ਆ, ਜਿਹੜੀ ਬਾਇਓਡਿਵਰਸਿਟੀ ਬਚਾ ਕੇ ਰੱਖਣੀ ਚਾਹੀਦੀ ਆ, ਜੀਵ ਡਿਵਰਸਿਟੀ ਬਚਾ ਕੇ ਰੱਖਣੀ ਚਾਹੀਦੀ ਆ, ਤੇ ਫਿਰ ਭਾਸ਼ਾ ਦੀ ਡਿਵਰਸਿਟੀ ਕਿਉਂ ਨਹੀਂ ਬਚਾ ਕੇ ਰੱਖਣੀ ਚਾਹੀਦੀ? ਫਿਰ ਕਲਚਰ ਦੀ ਡਿਵਰਸਿਟੀ ਕਿਉਂ ਨਹੀਂ ਬਚਾ ਕੇ ਰੱਖਣੀ ਚਾਹੀਦੀ? ਜੇ ਕਿਸੇ ਦਾ ਜੀ ਕਰਦਾ ਤਾਂ ਉਹ ਜਿਵੇਂ ਰਹਿਣਾ ਚਾਹੁੰਦਾ ਉਸ ਨੂੰ ਉਵੇਂ ਰਹਿਣ ਦਿੱਤਾ ਜਾਵੇ। ਇਸ ਗੱਲ ਦੀ ਬਹੁਤ ਜ਼ਰੂਰਤ ਆ। ਹੁਣ ਅਗਲੀ ਗੱਲ ਇਹ ਕਿ ਵਪਾਰਕ ਹਿੱਤਾਂ ਕਰਕੇ ਸਾਡੇ 'ਤੇ ਲਗਾਤਾਰ ਹਮਲੇ ਹੋ ਰਹੇ ਆ। ਸਾਡੇ ਪਹਿਰਾਵੇ ਨੂੰ ਛੋਟ ਹੀਣ ਸਮਝਿਆ ਜਾ ਰਿਹਾ, ਅਤੇ ਉਹਦੇ ਉਲਟ ਕੀ ਹੋ ਰਿਹਾ ਹੈਗਾ? ਉਹਦੇ ਉਲਟ ਜਿਹੜੇ ਬ੍ਰਾਂਡਡ ਕੱਪੜੇ ਨੇ ਉਹਨਾਂ ਨੂੰ ਚਮਕਾਇਆ ਜਾ ਰਿਹਾ। ਤਾਂ ਉਸ ਹਾਲਤ ਦੇ ਵਿੱਚ ਇਹ ਗੱਲ ਖਾਣਿਆਂ ਦੇ ਵਿੱਚ ਵੀ ਆ ਗਈ ਆ ਕਿ ਜਿਹੜੇ ਸਾਡੇ ਰਵਾਇਤੀ ਖਾਣੇ ਆ, ਜਿਹੜੇ ਪੌਸ਼ਟਿਕ ਵੀ ਸੀ, ਜਿਹੜੇ ਸਸਤੇ ਵੀ ਸੀ, ਜਿਹੜੇ ਤਾਕਤ ਵਧਾਊ ਵੀ ਸੀ, ਉਹ ਸਾਰੇ ਖਾਣੇ ਛੱਡ ਕੇ ਅਸੀਂ ਪੱਛਮੀ ਖਾਣੇ ਵੱਲ ਹੋ ਗਏ ਹਾਂ। ਤਾਂ ਉਹਦੇ 'ਤੇ ਵੀ ਸਾਨੂੰ ਰੋਕ ਲਾਉਣੀ ਪਊਗੀ, ਉਹਦੇ ਬਾਰੇ ਵੀ ਸਾਨੂੰ ਸੋਚਣਾ ਪਊਗਾ, ਸਾਨੂੰ ਵਿਚਾਰਨਾ ਪਊਗਾ। ਤਾਂ ਬਹੁਤ ਸਾਰੇ ਮਸਲੇ ਆ ਜਿਨ੍ਹਾਂ 'ਤੇ ਆਪਾਂ ਗੱਲ ਕਰ ਸਕਦੇ ਹਾਂ। ਹੁਣ ਤਾਂ ਸਿਰਫ ਆਪਾਂ ਕੁਝ ਪੱਖ ਹੀ ਇਹਦੇ ਛੋਏ ਹੈਗੇ ਆ, ਪਰ ਇੱਕ ਗੱਲ ਪੱਕੀ ਆ ਕਿ ਇਹ ਸ਼ੁਭ ਸ਼ਗਨ ਆ ਕਿ ਪੰਜਾਬੀ ਆਪਦੇ ਕਲਚਰ ਬਾਰੇ, ਆਪਦੀ ਰਹਿਤਲ ਬਾਰੇ ਸੋਚਣ ਲੱਗੇ ਨੇ, ਵਿਚਾਰਨ ਲੱਗੇ।